प्रवासी टीवी देख रहे ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡੀ ਹੋਸਟ ਰਾਖੀ ਤੇ ਤੁਹਾਡੇ ਲਈ ਲੈ ਕੇ ਆਏ ਹਾਂ ਨੋ ਯੋਰ ਰਾਈਟਸ ਦਾ ਇਹ ਸ਼ੋਅ। ਜਿੱਦਾਂ ਕਿ ਅਸੀਂ ਜਾਣਦੇ ਹਾਂ ਹਰ ਇੱਕ ਮੁਲਕ ਦੇ ਵਿੱਚ ਉੱਥੇ ਦੇ ਤੌਰ ਤਰੀਕਿਆਂ ਦੇ ਹਿਸਾਬ ਨਾਲ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਜਾਂਦੇ ਨੇ। ਉੱਥੇ ਹੀ ਜੇ ਅਸੀਂ ਗੱਲ ਕਰੀਏ ਨਾਰਥ ਅਮਰੀਕਾ ਦੀ ਤੇ ਇੱਥੇ ਵੀ ਇੱਥੇ ਦੇ ਰਹਿਣ ਸਹਿਣ ਨੂੰ ਦੇਖਦੇ ਹੋਇਆ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਗਏ ਨੇ। ਤੇ ਇਹਨਾਂ ਸਾਰੇ ਰੂਲਸ ਐਂਡ ਰੈਗੂਲੇਸ਼ਨ ਦੀ ਜਾਣਕਾਰੀ ਲੈ ਕੇ ਤੁਹਾਨੂੰ ਹਰ ਵੀਕਐਂਡ ਤੇ ਅਸੀਂ ਮਿਲਾਉਂਦੇ ਹਾਂ ਨਵੀਆਂ ਸ਼ਖਸੀਅਤਾਂ ਨਾਲ। ਜਿੱਦਾਂ ਕਿ ਅਸੀਂ ਲਾਸਟ ਵੀਕਐਂਡ ਤੇ ਗੱਲ ਕੀਤੀ ਸੀਗੀ ਬੋਬੀ ਟੁੱਟ ਹੋਣਾ ਦੇ ਨਾਲ। ਅੱਜ ਫੇਰ ਤੋਂ ਬੋਬੀ ਟੁੱਟ ਹੋਣੀ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ। ਆਓ ਅਸੀਂ ਚੱਲਦੇ ਹਾਂ ਬੋਬੀ ਟੁੱਟ ਹੋਣਾ ਦੇ ਕੋਲ ਤੇ ਉਹਨਾਂ ਤੋਂ ਅੱਜ ਜਾਣਕਾਰੀ ਲੈਂਦੇ ਹਾਂ ਐਕਸੀਡੈਂਟ ਬੈਨੀਫਿਟ ਕਲੇਮ ਦੇ ਬਾਰੇ। ਸਤਿ ਸ਼੍ਰੀ ਅਕਾਲ ਬੋਬੀ ਟੁੱਟ ਹੋਣੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ। Thank you very much for having me here. ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛੂੰਗੀ ਐਕਸੀਡੈਂਟ ਬੈਨੀਫਿਟ ਕਲੇਮ ਕੀ ਹੁੰਦਾ ਆ? The accident benefit claim ਜਿਵੇਂ ਅੰਡਰ ਦ ਸਟੈਚੂਟਰੀ ਡੈਕਲੇਰੇਸ਼ਨ ਦੇ ਥੱਲੇ ਆ ਜਾਂਦਾ ਇਹ ਤੇ ਇੰਸ਼ੋਰੈਂਸ ਬਿਊਰੋ ਵੱਲੋਂ ਇਹਨੂੰ ਡਿਕਟੇਟ ਕੀਤਾ ਜਾਂਦਾ। ਐਕਸੀਡੈਂਟ ਬੈਨੀਫਿਟ ਇੱਕ ਤੁਹਾਡਾ ਰਾਈਟ ਹੈਗਾ ਆ। ਕਾਰ ਐਕਸੀਡੈਂਟ ਦੇ ਵਿੱਚ ਅਗਰ ਤੁਹਾਡੇ ਚੋਟ ਲੱਗ ਜਾਂਦੀ ਆ, ਡਜ਼ਨਟ ਮੈਟਰ ਤੁਹਾਡੀ ਗਲਤੀ ਹੈ ਜਾਂ ਨਹੀਂ ਹੈ, ਤੁਸੀਂ ਇਹਦੇ ਹੱਕਦਾਰ ਹੋ। ਬਾਕੀ ਸਿਚੁਏਸ਼ਨ ਡਿਪੈਂਡ ਹੈਗੀ ਕਿ ਐਕਸੀਡੈਂਟ ਹੋਇਆ ਕਿੱਦਾਂ ਸੀਗਾ ਅਤੇ ਕੀ ਉਹਦੇ 'ਚ ਕਾਰਨ ਕੀ ਨਿਕਲਦੀ, ਪਰ ਤੁਹਾਡੇ ਹੱਕ ਜਿਹੜੇ ਨੇ ਉਹਦੇ ਵਿੱਚ ਤੁਹਾਡੇ ਹੱਕ ਆ ਜਾਂਦੇ ਨੇ ਐਕਸੀਡੈਂਟ ਬੈਨੀਫਿਟ ਦੇ ਥੱਲੇ ਜੀ। ਸਰ, ਇਹਦੇ ਨਾਲ ਮੈਂ ਥੋੜ੍ਹਾ ਜਿਹਾ ਤੁਹਾਨੂੰ ਪੁੱਛੂੰਗੀ ਕਿ ਜਿੱਦਾਂ ਸਾਨੂੰ ਪਤਾ ਆ ਇੰਸ਼ੋਰੈਂਸ ਕਈ ਤਰੀਕਿਆਂ ਦੀ ਹੁੰਦੀ ਆ, ਫਸਟ ਕਲੇਮ, ਫਸਟ ਪਰਸਨ, ਥਰਡ ਪਾਰਟੀ, ਫਸਟ ਪਾਰਟੀ। ਇਹਦੇ ਬਾਰੇ ਥੋੜ੍ਹਾ ਜਿਹਾ ਮੈਨੂੰ ਜਾਣਕਾਰੀ ਦਿਓ ਵੀ ਜਿਹੜੇ ਐਕਸੀਡੈਂਟ ਕਲੇਮਸ ਨੇ ਇਹ ਕਿਹਦੇ ਵਿੱਚ ਕਿਸ ਹਿਸਾਬ ਨਾਲ ਕਲੇਮ ਤੁਹਾਨੂੰ ਮਿਲਦੇ ਨੇ? ਜਿਹੜਾ ਐਕਸੀਡੈਂਟ ਬੈਨੀਫਿਟ ਕਲੇਮ ਜਿਹੜਾ ਆ ਜਾਂਦਾ ਰਾਖੀ ਜੀ, ਉਹ ਜਿੱਦਾਂ ਮੈਂ ਕਿਹਾ ਸੀਗਾ ਕਿ ਡਜ਼ਨਟ ਮੈਟਰ ਤੁਹਾਡੀ ਗਲਤੀ ਜਾਂ ਨਹੀਂ ਗਲਤੀ, ਸੇਮ ਆ ਜਾਂਦੀ ਹੈ ਕਿ ਚਲੋ ਹੁਣ ਆਪਾਂ ਇੰਸ਼ੋਰੈਂਸ ਕਹਿ ਦਿੰਦੇ ਹਾਂ ਕਿ ਥਰਡ ਪਾਰਟੀ ਕਵਰੇਜ ਜਾਂ ਫੁੱਲ ਕਵਰੇਜ ਵੀ ਕਹਿ ਦਿੱਤਾ ਜਾਂਦਾ ਸੀਗਾ ਜੀ। ਉਹਦੇ ਨਾਲ ਤੁਹਾਡੇ ਬੈਨੀਫਿਟ 'ਤੇ ਕੋਈ ਫਰਕ ਨਹੀਂ ਪੈਂਦਾ ਜੀ। ਓਕੇ। ਸਪਟੈਂਬਰ 2010 ਦੇ ਵਿੱਚ ਰੂਲਸ ਚੇਂਜ ਹੋਏ ਸੀਗੇ ਇਸ ਇੰਡਸਟਰੀ ਦੇ ਵਿੱਚ ਇੰਜਰੀ ਕਲੇਮ 'ਚ, ਜਿੱਥੇ ਕਿ ਇਹਨਾਂ ਨੇ ਜਿਹੜੇ ਕਿ ਉਹ ਤੋਂ ਪਹਿਲੇ ਬੈਨੀਫਿਟਸ ਤੁਹਾਡੇ ਸਾਰੇ ਅਵੇਲੇਬਲ ਹੁੰਦੇ ਸੀ ਤੁਹਾਨੂੰ, ਜਿਹਦੇ ਵਿੱਚ ਕਿ ਆਪਾਂ ਕੰਮ ਨਾ ਕਰ ਸਕੇ ਉਹਨਾਂ ਦਾ ਬੈਨੀਫਿਟ, ਘਰ ਦਾ ਕੰਮ ਨਹੀਂ ਕਰ ਸਕੇ ਤਾਂ ਕਿਸੇ ਨੂੰ ਤੁਸੀਂ ਹਾਇਰ ਕਰਦੇ ਉਹਨਾਂ ਦਾ ਬੈਨੀਫਿਟ ਵੀ ਲੈ ਸਕਦੇ ਸੀ। ਅਗਰ ਤੁਸੀਂ ਬੱਚੇ ਸੀਗੇ ਜਾਂ ਤੁਹਾਡੇ ਕੋਈ ਵੀ ਡਿਸੇਬਲ ਸੀਗਾ 16 ਐਂਡ ਓਵਰ ਵੀ ਹੋਵੇ, ਉਦੋਂ ਨੂੰ ਵੀ ਸੰਭਾਲਣ ਲਈ ਤੁਹਾਨੂੰ ਕਿਸੇ ਦੀ ਜ਼ਰੂਰਤ ਸੀ, ਤੁਸੀਂ ਅਗਰ ਪੇ ਕਰ ਰਹੇ ਹੋ ਕਿਉਂਕਿ ਤੁਹਾਡੇ ਸੱਟਾਂ ਲੱਗੀਆਂ ਸੀ, ਤੁਸੀਂ ਉਹ ਵੀ ਕਲੇਮ ਕਰ ਸਕਦੇ ਸੀਗੇ। ਫਿਰ ਆ ਜਾਂਦਾ ਕਿ ਪਰਸਨਲ ਕੇਅਰ, ਜਿਹਨੂੰ ਕਿ ਅਟੈਂਡ ਕੇਅਰ, ਕਿ ਅਗਰ ਤੁਹਾਡੇ ਫ੍ਰੈਕਚਰ ਹੋ ਗਿਆ ਸੀਗਾ, ਤੁਹਾਡੀ ਕੋਈ ਦੇਖਭਾਲ ਕਰ ਰਹੇ ਸੀਗੇ ਤਾਂ ਤੁਸੀਂ ਉਹ ਵੀ ਕਲੇਮ ਕਰ ਸਕਦੇ ਸੀ। ਪਰ ਫਿਰ ਰੂਲਿੰਗ ਚੇਂਜ ਹੋਈ ਸੀ ਕਿ ਸਪਟੈਂਬਰ 2010 ਕਿ ਇਹ ਵਾਸ ਕਾਫੀ ਨੁਕਸਾਨਦਾਈ ਚੇਂਜ ਆਇਆ ਸੀਗਾ ਇਹ ਇਸ ਇੰਡਸਟਰੀ ਵਾਸਤੇ। ਜਿੰਨੇ ਕਿ ਬੈਨੀਫਿਟ ਮੈਂ ਤੁਹਾਨੂੰ ਦੱਸੇ ਸੀਗੇ, ਇਹਨਾਂ ਨੇ ਕੀ ਕੀਤਾ, ਉਹਨਾਂ ਨੂੰ ਆਪਸ਼ਨਲ ਬੈਨੀਫਿਟ ਬਣਾ ਦਿੱਤਾ ਗਿਆ। ਓਕੇ। ਅਤੇ ਅਗਰ ਅੱਜ ਦੀ ਡੇਟ ਦੇ ਵਿੱਚ ਪੋਲਿਸੀ ਕੋਈ ਵੀ ਲੈ ਰਿਹਾ ਇਨਸਾਨ, ਅਤੇ ਉਹਨਾਂ ਨੇ ਇਹ ਬੈਨੀਫਿਟ ਉਹਦੇ ਵਿੱਚ ਕਵਰ ਲੈਣੇ ਨੇ ਇਨ ਕੇਸ ਆਫ ਦੀ ਐਕਸੀਡੈਂਟਸ, ਅਤੇ ਉਹਨਾਂ ਨੂੰ ਐਕਸਟਰਾ ਪੇ ਕਰਨਾ ਪੈਂਦਾ ਜੀ ਹਰ ਇੱਕ ਈਚ ਬੈਨੀਫਿਟਸ ਲਈ। ਹਾਂਜੀ ਜੀ। ਓਕੇ। ਉਹਨੂੰ ਆਪਸ਼ਨਲ ਬੈਨੀਫਿਟ ਕਹਿ ਦਿੰਦੇ ਨੇ। ਅਤੇ ਜ਼ਿਆਦਾਤਰ ਜਦੋਂ ਵੀ ਆਪਾਂ ਇੰਸ਼ੋਰੈਂਸ ਰੀਨਿਊ ਕਰਦੇ ਹਾਂ ਜਾਂ ਅਸੀਂ ਨਵੀਂ ਵੀ ਲੈਂਦੇ ਹਾਂ, ਅਤੇ ਸਾਨੂੰ ਗੱਲਾਂ ਦੱਸੀਆਂ ਨਹੀਂ ਜਾਂਦੀਆਂ ਜੀ ਕਿ ਦੇਟਸ ਤੁਹਾਡੀ ਆਪਸ਼ਨਸ ਹੈਗੀਆਂ ਨੇ। ਉਹਦੇ ਦੋ ਕਾਰਨ ਹੋ ਜਾਂਦੇ ਨੇ। ਇੱਕ ਤਾਂ ਇੰਸ਼ੋਰੈਂਸ ਇੰਡਸਟਰੀ ਜਦੋਂ ਆਪਾਂ ਸੇਲ ਕਰਦੇ ਹਾਂ ਪੋਲਿਸੀ, ਇਹ ਕਮਿਸ਼ਨ ਬੇਸ ਆ ਜੀ, ਅਤੇ ਉਹਨਾਂ ਨੂੰ ਆਈ ਡੋਂਟ ਨੋ ਸ਼ਾਇਦ 50, 100 ਜਾਂ $200 ਕਮਿਸ਼ਨ ਬਣਨੀ ਹੋਊਗੀ। ਪਰ ਕੁਐਸਚਨ ਜਿਹੜੇ ਕਈ ਵਾਰੀ ਘੰਟਾ ਕਲਾਇੰਟ ਕੁਐਸਚਨ ਪੁੱਛਦਾ ਜੀ ਕਿ ਇਹ ਬੈਨੀਫਿਟ ਦਾ ਮੈਨੂੰ ਫਾਇਦਾ ਕੀ ਆ, ਨੁਕਸਾਨ ਕੀ ਆ। ਦੂਸਰਾ ਹੈਗਾ ਕਿ ਜਦੋਂ ਪੋਲਿਸੀ ਆਪਣੀ ਰੀਨਿਊ ਹੁੰਦੀ ਆ ਐਟ ਦੀ ਐਂਡ ਆਫ ਦਾ ਈਅਰ, ਉਹਨਾਂ ਨੂੰ ਰੀਨਿਊਅਲ ਦਾ ਵੀ ਬੈਨੀਫਿਟ ਮਿਲਦੇ ਨੇ, ਕਮਿਸ਼ਨ ਮਿਲਦੀ ਆ ਏਜੰਟਸ ਨੂੰ ਐਂਡ ਬ੍ਰੋਕਰਸ ਨੂੰ ਜੀ। ਉਹਨਾਂ ਦੇ ਜਿਹੜੀ ਕਮਿਸ਼ਨ ਬੇਸ, ਰੀਨਿਊਅਲ ਕਮਿਸ਼ਨ ਬੇਸ, ਉੱਤੇ ਵੀ ਫਰਕ ਪੈਂਦਾ ਜੀ। ਉਹਨਾਂ ਨੂੰ ਬੋਨਸਿਸ ਘੱਟ ਹੋ ਜਾਂਦੇ ਨੇ। ਦੈਟਸ ਮੇਰਾ ਓਪੀਨੀਅਨ ਜੀ। ਇਹੀ ਮੈਂ ਨਹੀਂ ਕਹਿੰਦਾ ਕਿ ਬਾਕੀਆਂ ਦਾ ਓਪੀਨੀਅਨ ਇਹ ਹੋਵੇ, ਪਰ ਉਸ ਕਰਕੇ ਦੱਸਿਆ ਨਹੀਂ ਜਾਂਦਾ। ਔਰ ਕਾਫੀ ਕਲਾਇੰਟ ਸਾਨੂੰ ਮਿਲਦੇ ਨੇ ਕਿ 2010 ਤੋਂ ਲੈ ਕੇ ਹੁਣ ਤੱਕ ਮੈਂ ਗਿਣਤੀ ਦੇ 5 ਕਲਾਇੰਟ ਨੂੰ ਮਿਲਿਆ ਜਿਨ੍ਹਾਂ ਦੇ ਕੋਲ ਇੱਕ ਬੈਨੀਫਿਟ ਸੀਗੇ। ਓਕੇ। ਆਪਾਂ 10 ਸਾਲ ਦੀ ਗੱਲ ਕਰ ਰਹੇ ਹਾਂ ਜੀ। ਬਿਲਕੁਲ। ਅਤੇ ਉਹਨਾਂ ਦਾ ਫਰਕ ਕੀ ਹੁੰਦਾ ਕਿ ਇਹ ਦੇਖੋ ਬੈਨੀਫਿਟ ਲੈਣ ਜਾਂਦੇ ਡਿਪੈਂਡ ਔਨ ਤੁਹਾਡਾ ਪੋਸਟਲ ਕੋਡ ਐਂਡ ਤੁਹਾਡੀ ਹਿਸਟਰੀ ਆਫ ਡਰਾਈਵਿੰਗ। ਤੁਹਾਨੂੰ ਐਨੀਵੇਅਰ ਫਰੋਮ $20 ਤੋਂ $50 ਦਾ ਮਹੀਨੇ ਦਾ ਫਰਕ ਪੈ ਸਕਦਾ ਜੀ।
ਉਹ ਜਿੰਨੇ ਮੇਰੇ ਆਪਣੇ ਦੇਖਣ ਵਾਲੇ ਨੇ ਮੈਂ ਕਹਿੰਦਾ ਕਿ ਤੁਸੀਂ ਆਪਣੇ ਇੰਸ਼ੋਰੈਂਸ ਬ੍ਰੋਕਰ ਨਾਲ ਪੁੱਛੋ, ਉਹ ਤੁਹਾਨੂੰ ਐਕੂਰੇਟ ਦੱਸਣਗੇ ਕਿੰਨਾ ਹੋਣਾ ਦਾ ਬੈਨੀਫਿਟ। ਉਹ ਜਿਹੜਾ ਹੈਗਾ ਹਜ਼ਾਰਾਂ 'ਚ ਹੋ ਸਕਦਾ ਜੀ ਕਲੇਮ ਜਿਹੜਾ। ਸੋ ਦ ਪ੍ਰੀਮੀਅਮ ਇਜ਼ ਸਮਝੋ $200 ਤੋਂ $500 ਸਾਲ ਦਾ ਜੀ, ਤੇ ਪੇ ਆਊਟ could be in thousands even millions। ਪਰ ਸਰ ਮੈਂ ਇੱਕ ਚੀਜ਼ ਹੋਰ ਸੁਣੀ ਆ ਵੀ ਜਿੱਦਾਂ ਕੋਈ ਵੀ ਐਕਸੀਡੈਂਟਸ ਹੁੰਦੇ ਨੇ ਉਹਦੇ ਬਾਅਦ ਜਦੋਂ ਅਸੀਂ ਕਲੇਮ ਲੈਣ ਜਾਂਦੇ ਨੇ ਉਹਦਾ ਇਫੈਕਟ ਸਾਡੀ ਫਿਰ ਇੰਸ਼ੋਰੈਂਸ ਤੇ ਵੀ ਪੈਂਦਾ ਆ। ਇਹ ਇੱਕ ਇਸ ਡਰ ਦੇ ਕਰਕੇ ਮੈਨੂੰ ਇਦਾਂ ਲੱਗਦਾ ਵੀ ਬਹੁਤ ਕਾਫੀ ਸਟੂਡੈਂਟਸ ਵੀ ਨੇ, ਕਾਫੀ ਯੰਗ ਏਜ ਦੇ ਵੀ ਜਿਹੜੇ ਲੋਕੀ ਹੁੰਦੇ ਨੇ ਉਹ ਡਰਦੇ ਨੇ ਕਲੇਮ ਲੈਂਦੇ ਟਾਈਮ, ਆਪਣਾ ਰਾਈਟ ਲੈਂਦੇ ਟਾਈਮ ਉਹ ਡਰਦੇ ਨੇ। ਇਹ ਇੱਕ ਮਿਥ ਹੈ ਜੀ। ਓਕੇ, ਉਹਦਾ ਮੈਂ ਕਾਰਨ ਮਿਥ ਦਾ ਇਹ ਮੈਂ ਕਹੂੰਗਾ ਕਿ ਇੰਸ਼ੋਰੈਂਸ ਇੰਡਸਟਰੀ 'ਚ ਦੋ ਤਰੀਕੇ ਦੇ ਕਲੇਮ ਹੁੰਦੇ ਨੇ। ਇੱਕ ਐਟ ਫਾਲਟ ਕਹਿ ਦਿੰਦੇ ਨੇ, ਇੱਕ ਨਾਟ ਐਟ ਫਾਲਟ। ਜੀ ਬਿਲਕੁਲ। ਜਿਹੜਾ ਨਾਟ ਐਟ ਫਾਲਟ ਐਕਸੀਡੈਂਟ ਹੁੰਦਾ ਆ ਉਹ ਐਕਸੀਡੈਂਟ ਨਾਲ ਤੁਹਾਡੇ ਪ੍ਰੀਮੀਅਮ 'ਤੇ ਕੋਈ ਫਰਕ ਨਹੀਂ ਪੈਣਾ ਚਾਹੀਦਾ। ਓਕੇ, ਈਵਨ ਦੋ ਕਿ ਤੁਹਾਡਾ ਫਾਲਟ ਨਹੀਂ ਗਾ, ਪਰ ਉਹਦੇ ਰੈਕੋਰਡ 'ਚ ਆਉਂਦਾ ਹੈ ਕਿ ਤੁਸੀਂ ਨਾ ਇੱਕ ਨਹੀਂ ਫਾਲਟ ਨਹੀਂ ਕਿ ਤੁਸੀਂ ਇੱਕ ਕਲੇਮ ਲਿਆ ਹੋਇਆ ਆ। ਯਾ ਸੇ ਦ ਬ੍ਰੋਕਰ ਜਿਹੜਾ ਆ ਉਹ ਹੈਸੀਟੇਟ ਹੁੰਦਾ ਆ ਤੁਹਾਨੂੰ ਪਾਲਿਸੀ ਇਸ਼ੂ ਕਰਨ ਤੋਂ। ਯਾ ਈਵਨ ਕਿ ਮੇਰੇ ਟੈਕਸੀ ਡਰਾਈਵਰ ਜਿਹੜੇ ਭੈਣ ਭਰਾ ਨੇ ਉਹ ਇਸ ਚੀਜ਼ ਨੂੰ ਅਗਰੀ ਕਰਨਗੇ ਕਿ ਕਦੀ ਵੀ ਇਹਨਾਂ ਦੇ ਜਦੋਂ ਕਲੇਮ ਹੁੰਦਾ ਤੇ ਇਹਨਾਂ ਦੀ ਈਵਨ ਕਿ ਇੰਸ਼ੋਰੈਂਸ ਕੈਂਸਲ ਵੀ ਕਰ ਦਿੱਤੀ ਜਾਂਦੀ ਆ। ਜੀ ਬਿਲਕੁਲ। ਉਹ ਮੈਂ ਕਹਿੰਦਾ ਕਿ ਗਲਤ ਚੀਜ਼ ਆ। ਤੇ ਜਿਹੜਾ ਤਾਂ ਆਪਣਾ ਤੁਸੀਂ ਕੁਐਸਚਨ ਪੁੱਛਿਆ ਸੀ ਕਿ ਰੈਕੋਰਡ ਜਦ ਇਨਸਾਨ ਨੂੰ ਡਰ ਲੱਗਦਾ, ਹਾਂਜੀ, ਕਿ ਉਹਨਾਂ ਦਾ ਰੈਕੋਰਡ ਖਰਾਬ ਹੋ ਜਾਊਗਾ ਜਾਂ ਉਹਨਾਂ ਦੀ ਇੰਸ਼ੋਰੈਂਸ ਜਿਹੜੀ ਰੀਨਿਊ ਹੋ ਕੇ ਆਣੀ ਆ ਉਹ ਬਹੁਤ ਵੱਧ ਕੇ ਆਣੀ ਆ, ਫਿਰ ਇਹ ਡਰ ਹੁੰਦੇ ਨੇ ਲੋਕਾਂ ਦੇ ਦਿਮਾਗ 'ਚ। ਦੇਖੋ ਅਗਰ ਤੁਹਾਡੀ ਗਲਤੀ ਨਾਲ ਐਕਸੀਡੈਂਟ ਹੋਇਆ ਆ ਔਰ ਤੁਸੀਂ ਕਲੇਮ ਕਰਦੇ ਹੋ ਜਾਂ ਨਹੀਂ ਕਰਦੇ ਹੋ, ਤੁਹਾਡੀ ਪਾਲਿਸੀ 'ਤੇ ਫਰਕ ਪੈਣਾ ਹੀ ਪੈਣਾ ਆ ਜੀ, ਉਹ 'ਚ ਕੋਈ ਰੋਕ ਨਹੀਂ ਸਕਦਾ। ਓਕੇ, ਸੋ ਇੱਕ ਛੋਟਾ ਜਿਹਾ ਹੁੰਦਾ ਕਿ ਦੇਖੋ ਐਨੀਥਿੰਗ ਓਵਰ $33 ਇਜ਼ ਕੰਸੀਡਰਡ ਟੂ ਬੀ ਇੰਸ਼ੋਰੈਂਸ ਕਲੇਮ। ਓਕੇ, ਤੁਸੀਂ ਹੁਣ ਫੋਨ ਚੱਕ ਕੇ ਇੰਸ਼ੋਰੈਂਸ ਨੂੰ ਫੋਨ ਕਰ ਦਿੰਦੇ ਹੋ ਕਿ ਮੇਰਾ ਇੱਕ ਛੋਟਾ ਜਿਹਾ ਐਕਸੀਡੈਂਟ ਹੋਇਆ ਪਾਰਕਿੰਗ ਲੋਟ 'ਚ ਪਰ ਮੈਂ ਕਲੇਮ ਨਹੀਂ ਕਰਨਾ, ਇਹ ਵਿਲ ਬੀ ਰਜਿਸਟਰਡ ਐਜ਼ ਅ ਕਲੇਮ ਕਿਉਂਕਿ ਯੂ ਦਿਸ ਐਡਮਿਨਿਸਟ੍ਰੇਸ਼ਨ ਕਾਸਟ ਨਾ। ਬਿਲਕੁਲ। ਤੋ ਮੈਂ ਤਾਂ ਇਹ ਕਹਿੰਦਾ ਕਿ ਅਗਰ ਤੁਹਾਡੇ ਨੁਕਸਾਨ ਹੋਇਆ ਜਾਂ ਤੁਹਾਡੀ ਗੱਡੀ ਨੂੰ ਜਾਂ ਤੁਹਾਨੂੰ ਇੰਜਰੀਜ਼ ਹੋਈਆਂ ਨੇ, ਆਪਾਂ ਇੰਸ਼ੋਰੈਂਸ ਲੈਂਦੇ ਹਾਂ ਫॉर ਦ ਪ੍ਰੋਟੈਕਸ਼ਨ। ਜੀ, ਜ਼ਰੂਰ ਪ੍ਰੀਮੀਅਮ ਹੈ ਹਾਈ ਹੈ। ਤੁਸੀਂ ਜਿਵੇਂ ਕਿ ਇੰਟਰਨੈਸ਼ਨਲ ਸਟੂਡੈਂਟ ਦੇ ਆਪਾਂ ਬੱਚਿਆਂ ਦੀ ਗੱਲ ਕੀਤੀ ਆ, ਉਹਨਾਂ ਦੀ ਸੈਲਰੀਜ਼ ਇੰਨੀਆਂ ਨਹੀਂ ਹੈਗੀਆਂ, ਪੋਸਟਲ ਕੋਡ ਐਕਸਪੈਂਸਿਵ ਪੋਸਟਲ ਕੋਡ 'ਚ ਰਹਿੰਦੇ ਨੇ, ਬਰੈਂਪਟਨ ਦੇ ਵਿੱਚ ਲਾ ਲੈਂਦੇ ਆਪਾਂ ਗੱਲ। ਪਰ ਅਦਰ ਹੈਂਡ ਅਗਰ ਸੱਟ ਲੱਗ ਜਾਂਦੀ ਆ ਮੈਂ ਤਾਂ ਜ਼ਰੂਰ ਕਹੂੰਗਾ ਕਿ ਕਲੇਮ ਲਓ। ਦੇਖੋ ਅਗਰ ਜਾਨ ਹੈ ਤਾਂ ਜਾਨ ਹੈ ਜੀ। ਜੀ ਬਿਲਕੁਲ। ਉਹੀ ਮੈਂ ਆਪਣੇ ਦਰਸ਼ਕਾਂ ਨੂੰ ਵੀ ਕਹੂੰਗੀ ਵੀ ਇੱਥੇ ਅਸੀਂ ਬਹੁਤ ਇੰਟਰਸਟਿੰਗ ਟੌਪਿਕ ਤੇ ਗੱਲ ਕਰ ਰਹੇ ਹਾਂ। ਇੱਥੇ ਇੱਕ ਮੈਂ ਛੋਟਾ ਜਿਹਾ ਲਵਾਂਗੀ ਬ੍ਰੇਕ, ਤੇ ਬ੍ਰੇਕ ਦੇ ਬਾਅਦ ਅਸੀਂ ਫੇਰ ਮਿਲਦੇ ਹਾਂ ਬੋਬੀ ਟਟੋਨਾ ਨਾਲ। ਬ੍ਰੇਕ ਦੇ ਬਾਅਦ ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਜਿੱਦਾਂ ਕਿ ਅਸੀਂ ਬੋਬੀ ਟਟੋਨਾ ਨਾਲ ਗੱਲ ਕਰ ਰਹੇ ਸੀਗੇ, ਅਸੀਂ ਫਿਰ ਉਹਨਾਂ ਨਾਲ ਗੱਲਬਾਤ ਕੰਟੀਨਿਊ ਕਰਦੇ ਹਾਂ ਤੇ ਉਹਨਾਂ ਤੋਂ ਫਿਰ ਪੁੱਛਦੇ ਹਾਂ। ਸਰ, ਜਿੱਦਾਂ ਕਿ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਕਿ ਉਹ ਕਲੇਮ ਲੈਣ ਤੋਂ ਡਰਦੇ ਨੇ ਜਾਂ ਉਹਨਾਂ ਨੂੰ ਹੁੰਦਾ ਵੀ ਉਹਨਾਂ ਦੀ ਜਾਂ ਤਾਂ ਇੰਸ਼ੋਰੈਂਸ ਵਧਾ ਦਿੱਤੀ ਜਾਊਗੀ ਜਾਂ ਉਹਨਾਂ ਦਾ ਭਾਵੇਂ ਫੋਲਟ ਨਾ ਵੀ ਹੋਵੇ ਬਟ ਉਹ ਐਜ਼ ਅ ਫੋਲਟ ਕੰਸੀਡਰਡ ਹੋਊਗਾ ਉਹਨਾਂ ਦੀ ਇੰਸ਼ੋਰੈਂਸ ਪੋਲਿਸੀ ਦੇ ਵਿੱਚ। ਸੋ ਇਹਦੇ ਬਾਰੇ ਮੈਨੂੰ ਥੋੜ੍ਹੀ ਜਿਹੀ ਹੋਰ ਤੁਸੀਂ ਡਿਟੇਲ ਦੇ ਵਿੱਚ ਦੱਸੋ ਸਰ, ਕਿ ਜਿੱਦਾਂ ਕਿ ਵੀ ਨੋ ਦੈਟ ਕਿ ਜੋ ਇੱਕ ਇੰਟਰਨੈਸ਼ਨਲ ਸਟੂਡੈਂਟਸ ਦੀ ਐਵਰੇਜ ਇਨਕਮ ਆ ਦੈਟ ਇਜ਼ ਅਰਾਊਂਡ 23 to 25,000 ਅ ਈਅਰ। ਸੋ ਇੰਨੀ ਕਿ ਉਹਨਾਂ ਦੀ ਇਨਕਮ ਨਹੀਂ ਹੁੰਦੀ ਬਟ ਉਹਨਾਂ ਜਦੋਂ ਉਹ ਇੰਸ਼ੋਰੈਂਸ ਲੈਣ ਜਾਂਦੇ ਨੇ ਸੋ ਉਹਨਾਂ ਨੂੰ ਪੋਸਟਲ ਕੋਡ ਦੇ ਰਾਹੀਂ ਬਹੁਤ ਐਕਸਪੈਂਸਿਵ ਇੰਸ਼ੋਰੈਂਸ ਮਿਲਦੀਆਂ, ਸਪੈਸ਼ਲੀ ਜੇ ਆਪਾਂ ਗੱਲ ਕਰੀਏ ਮਾਲਟਨ ਏਰੀਆ ਦੀ ਜਾਂ ਬਰੈਂਪਟਨ ਏਰੀਆ ਦੀ। ਸੋ ਇਹਦੇ ਉੱਤੇ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਆਪਾਂ। ਰਾਕੀ, ਮੈਂ ਇਹ ਕਹੂੰਗਾ ਕਿ ਅਗਰ ਤੁਹਾਡਾ ਜਿਹੜਾ ਐਕਸੀਡੈਂਟ ਹੈਗਾ ਇਹ ਨਾਟ ਐਟ ਫਾਲਟ ਆ ਜੀ, ਤੁਹਾਡੀ ਇੰਸ਼ੋਰੈਂਸ ਵਧਣ ਦੇ ਕੋਈ ਚਾਂਸਸ ਨਹੀਂ ਗਏ। ਓਕੇ। ਪਿਛਲੇ ਕਈ ਸਾਲਾਂ ਦੇ ਵਿੱਚ ਮੈਂ ਦੇਖਿਆ ਸੀਗਾ ਕਿ ਕੋਈ ਬ੍ਰੋਕਰ ਸੀਗੇ ਕਿ ਜਿਹੜੇ ਮਿਸਲੀਡਿੰਗ ਕਰ ਰਹੇ ਸੀਗੇ। ਜੀ।
ਰੋਂਗ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਸੀ ਵਿਚਾਰਿਆਂ ਨੂੰ, ਨਾਟ ਜਸਟ ਦ ਸਟੂਡੈਂਟ, ਆਮ ਇੱਕ ਲੋਕ ਨੂੰ ਵੀ। ਅਤੇ ਉਹਨਾਂ ਨੂੰ ਮੈਂ ਆਲਵੇਜ਼ ਕਹਿੰਦਾ ਸੀ ਕਿ ਤੁਸੀਂ ਸੈਕੰਡ ਓਪੀਨੀਅਨ ਇੱਕ ਹੋਰ ਬ੍ਰੋਕਰ ਤੋਂ ਲਓ, ਉਹਨਾਂ ਨੂੰ ਡਿਫਰੈਂਸ ਬੜਾ ਪਤਾ ਲੱਗਦਾ ਸੀਗਾ। ਫਿਰ ਆਪਣੀ ਗੱਲ ਆ ਜਾਂਦੀ ਹੈ, ਜਿਵੇਂ ਕਿ ਹੁਣ ਸਟੂਡੈਂਟਸ ਦੀ ਕਹਿ ਦਿੰਦੇ ਹਾਂ, ਸਭ ਤੋਂ ਨੰਬਰ 1 ਜਿਹੜਾ ਕੁਐਸਚਨ ਮੈਨੂੰ ਇਹ ਪੁੱਛਿਆ ਜਾਂਦਾ ਜੀ, ਇਹਦੇ ਨਾਲ ਮੇਰੀ ਇਮੀਗ੍ਰੇਸ਼ਨ 'ਤੇ ਫਰਕ ਪੈ ਜਾਊਗਾ? ਐਗਜ਼ੈਕਟਲੀ ਨਹੀਂ ਜੀ, ਇਹ ਇੱਕ ਸਿਵਲ ਕੇਸ ਹੈਗਾ ਆ, ਸਿਵਲ ਮੈਟਰ ਹੈਗਾ ਆ, ਇਸ ਨਾਲ ਅ ਕ੍ਰਿਮੀਨਲ। ਤੁਸੀਂ ਆਪਣੇ ਹੱਕ ਦੀ ਕੋਈ ਚੀਜ਼ ਮੰਗਣ ਜਾ ਰਹੇ ਹੋ, ਕੋਈ ਇਹਦੇ ਨਾਲ ਤੁਹਾਡੇ PR 'ਤੇ ਕੋਈ ਫਰਕ ਨਹੀਂ ਪੈਂਦਾ। ਕਾਫੀ ਸਾਡੇ ਕੋਲ ਕੇਸਿਸ ਆਉਂਦੇ ਨੇ, ਈਵਨ ਕਿ ਸਲਿਪ ਐਂਡ ਫਾਲ ਦੇ ਵੀ ਆਉਂਦੇ ਨੇ, ਘਰੇ ਜਿਵੇਂ ਰੈਂਟ 'ਤੇ ਰਹਿੰਦੇ ਨੇ, ਸੱਟ ਲੱਗ ਗਈ ਆ ਪ੍ਰਾਈਮਸੀ, ਉਹਦੇ ਨਾਲ ਤੁਹਾਡੇ PR 'ਤੇ ਕੋਈ ਫਰਕ ਨਹੀਂ ਪੈਣਾ। ਫਿਰ ਆ ਜਾਂਦੀ ਗੱਲ ਇਨਕਮ ਦੀ। ਇਨ ਕੇਸ ਅਗਰ ਤੁਸੀਂ ਕਲੇਮ ਕਰਦੇ ਹੋ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਸ਼ਨਲ ਬੈਨੀਫਿਟਸ ਹੈਗੇ ਨੇ। ਆਪਸ਼ਨਲ ਬੈਨੀਫਿਟ ਜਿਹੜਾ ਸਟੈਂਡਰਡ ਬੈਨੀਫਿਟ ਹੈਗਾ ਉਹ $400 ਪਰ ਵੀਕ ਦਾ ਆ। ਤੁਸੀਂ ਅਪ ਟੂ $1000 ਤੱਕ ਕਰ ਸਕਦੇ ਹੋ, ਤੁਹਾਨੂੰ ਆਪਸ਼ਨਲ ਉਹਦੇ ਪੇ ਕਰਨੇ ਪੈਣੇ ਨੇ। ਅਤੇ ਉਹਨੂੰ ਕੈਲਕੂਲੇਟ ਇੱਦਾਂ ਕਰਦੇ ਨੇ ਕਿ ਜੋ ਤੁਹਾਡੀ ਗਰੋਸ ਹੈਗੀ ਆ, ਜਾਂ ਤੋਂ ਪਹਿਲੇ ਪਿਛਲੇ 4 ਵੀਕਾਂ ਦੀ ਦੇਖਦੇ ਨੇ ਕਿ 4 ਵੀਕੇ ਤੁਹਾਡੀ ਗਰੋਸ ਸੀਗੀ ਕਿੰਨੀ, ਉਹਦੇ ਬੇਸ ਦੇ ਉੱਤੇ ਤੁਹਾਨੂੰ ਉਹਨਾਂ ਨੇ 70% ਆਫ ਦ ਗਰੋਸ। ਤੂੰ ਸਮਝੋ ਅਗਰ ਤੁਸੀਂ $100 ਲੈ ਕੇ ਆਉਂਦੇ ਸੀਗੇ ਤਾਂ ਤੁਹਾਨੂੰ $70 ਦੀ ਤੁਹਾਡੀ ਇੰਟਾਈਟਲਮੈਂਟ ਹੈ, ਪਰ ਉਹਦਾ ਕੈਪ ਹੈਗਾ ਆ $400। ਠੀਕ ਹੈ। ਅਤੇ ਉਹਨਾਂ ਨੇ ਆਪਸ਼ਨ ਇਸ ਕਰਕੇ ਦਿੱਤਾ ਹੋਇਆ ਆ ਕਿ 400 ਤੋਂ ਲੈ ਕੇ $1000 ਤੱਕ। ਕੀ ਕਾਰਨ ਇਹ ਆ ਕਿ ਕੋਈ ਇਨਸਾਨ ਇੱਕ $20,000 ਬਣਾ ਰਿਹਾ ਹੈ, ਕੋਈ ਲੱਖ ਵੀ ਬਣਾ ਰਿਹਾ, ਅਤੇ ਉਹਨਾਂ ਕੋਲ ਆਪਸ਼ਨ ਹੋਣੀ ਚਾਹੀਦੀ ਹੈ ਕਿ ਇਨ ਕੇਸ ਆਫ ਦੀ ਐਕਸੀਡੈਂਟ, ਸਾਨੂੰ ਅਗਰ ਮੈਂ ਕੰਮ ਨਹੀਂ ਕਰ ਪਾ ਰਿਹਾ, ਮੈਨੂੰ ਜਿਹੜੀ ਆਪਸ਼ਨ ਮੇਰੀ ਅਵੇਲੇਬਲ ਹੈਗੀ ਆ, ਉਹਦੇ ਨਾਲ ਮੇਰਾ ਜਿਹੜਾ ਘਰ ਦਾ ਖਰਚਾ ਜਿਹੜਾ ਆ ਸਹੂਲੀਅਤ ਆ ਸਕਦੀ ਆ। ਅਤੇ ਦੂਸਰਾ ਕੁਐਸਚਨ ਬੜਾ ਆਉਂਦਾ ਆ ਕਿ ਮੈਂ ਕਲੇਮ ਕੀਤਾ ਅਤੇ ਮੈਨੂੰ ਪੈਸੇ ਕਦ ਮਿਲਣੇ ਨੇ ਜੀ। ਦੇਖੋ, ਮੈਂ ਆਲਵੇਜ਼ ਕਹਿੰਦਾ ਕਿ ਦੇਖੋ, ਜ਼ਿੰਦਗੀ ਦੇ ਵਿੱਚ ਅਗਰ ਤੁਹਾਨੂੰ ਕੋਈ ਵੀ ਚੀਜ਼ ਸੌਖੀ ਮਿਲ ਜਾਵੇ ਨਾ ਯੂਨੀਅਨ ਤਾਂ ਨਾ ਵਕੀਲਾਂ ਦਾ ਤਾਂ ਨਾ ਪੈਰਾਲੀਗਲਾਂ ਦੀ ਕਦੇ ਲੋੜ ਨਹੀਂ ਹੋਣੀ ਜੀ। ਬਿਲਕੁਲ। ਇਸ ਐਪਲੀਕੇਸ਼ਨ ਪ੍ਰੋਸੈਸ ਹੈਗਾ ਆ, ਇਹ ਕੈਨ ਟੇਕ 4 ਤੋਂ 8 ਵੀਕਾਂ ਲੱਗ ਜਾਂਦੀਆਂ ਨੇ ਪਹਿਲਾਂ ਚੈੱਕ ਹੋਣ ਨੂੰ ਜੀ। ਦੇਖੋ, ਜਾਤੀ ਇੰਸ਼ੋਰੈਂਸ ਕੰਪਨੀ ਨੂੰ ਇਨਫ ਮੈਡੀਕਲ ਐਵੀਡੈਂਸ ਨਹੀਂ ਜਾਣੇ ਕਿ ਤੁਸੀਂ ਕੰਮ 'ਤੇ ਨਹੀਂ ਜਾ ਪਾ ਰਹੇ ਹੋ। ਫਿਰ ਵੈਰੀਫਿਕੇਸ਼ਨ ਆਫ ਤੁਹਾਡੀ ਇੰਪਲੋਇਮੈਂਟ, ਵੈਰੀਫਿਕੇਸ਼ਨ ਆਫ ਯੂਰ ਇਨਕਮ। ਕਈ ਮੇਰੇ ਭਰਾ ਹੈਗੇ ਨੇ, ਭੈਣ ਭਰਾ, ਸੈਲਫ ਇੰਪਲੋਇਡ ਨੇ। ਹੁਣ ਸੈਲਫ ਇੰਪਲੋਇਡ ਦੇ ਜਿਹੜੇ ਹੈਗੇ ਕਿ ਲਾਸਟ 2 ਸਾਲ ਦੇ ਨੋਟਿਸ ਆਫ ਅਸੈਸਮੈਂਟ, ਤੁਹਾਡੇ T1 ਜਨਰਲ ਚਾਹੀਦੇ ਨੇ। ਸੋ ਇਹ ਗੈਟ ਕੰਪਲੀਕੇਟਡ। ਹਰ ਕੇਸ ਜਿਹੜਾ ਹੈਗਾ ਆ, ਠੀਕ ਹੈ, ਜਿਹੜਾ ਬੇਸਿਕਸ ਹੈਗੇ ਸੇਮ ਆ ਇਨਫੋਰਮੇਸ਼ਨ, ਬਟ ਹਰੇਕ ਦਾ ਜਿਹੜਾ ਕਲੇਮ ਹੈ ਉਹ ਡਿਫਰੈਂਟ ਤਰੀਕੇ ਨਾਲ ਫਾਈਲ ਕੀਤਾ ਜਾਂਦਾ। ਕਿਉਂਕਿ ਫਿਰ ਜਿਵੇਂ ਕਿ ਗੱਲ ਕੀਤੀ ਸੀ ਕਿ 2010 ਤੋਂ ਪਹਿਲੇ ਤੁਸੀਂ ਕੇਅਰ ਗਿਵਰ ਅਪਲਾਈ ਕਰ ਸਕਦੇ ਹੋ ਜੀ। ਅਪਲਾਈ ਤੁਸੀਂ ਹੁਣ ਵੀ ਕਰ ਸਕਦੇ ਹੋ, ਤੁਹਾਡੇ ਕੋਲ ਆਪਸ਼ਨ ਹੈ ਈਦਰ ਦੀ ਇਨਕਮ ਰਿਪਲੇਸਮੈਂਟ ਔਰ ਦ ਕੇਅਰ ਗਿਵਰ, ਪਰ ਤੁਹਾਡੇ ਕੋਲ ਆਪਸ਼ਨਲ ਬੈਨੀਫਿਟ ਬਾਏ ਕੀਤੇ ਹੋਣੇ ਚਾਹੀਦੇ ਨੇ ਜੀ। ਠੀਕ ਨਹੀਂ। ਫਿਰ ਇੱਕ ਥੋੜ੍ਹਾ ਜਿਹਾ ਕੰਪਲੀਕੇਟਡ ਜਿਹੜਾ ਕੁਐਸਚਨ ਇਹ ਆ ਜਾਂਦਾ ਹੈ ਕਿ ਮੈਂ ਆਲਰੇਡੀ ਇਹ ਕੇਸਿਸ ਕੀਤੇ ਹੋਏ ਨੇ। ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਮਝੋ ਕਿ ਤੁਹਾਡਾ ਐਕਸੀਡੈਂਟ ਜਿਹੜਾ ਆ ਆਊਟ ਆਫ ਪ੍ਰੋਵਿੰਸ ਹੋ ਗਿਆ। ਮੈਂ ਕਹਿੰਦਾ ਨਿਊਯਾਰਕ 'ਚ ਹੋ ਗਿਆ ਜਾਂ ਰਾਈਟ ਮਿਸ਼ੀਗਨ। ਹੁਣ ਮਿਸ਼ੀਗਨ ਦੇ ਵਿੱਚ ਨਾ ਉਹ ਚੀਜ਼ ਹੈ ਨਹੀਂ ਕਿ ਤੁਹਾਡੇ ਕੋਲ ਆਪਸ਼ਨਸ ਹੈਗੇ ਨੇ ਬੈਨੀਫਿਟ ਲੈਣ ਵਾਸਤੇ। ਉੱਥੇ ਪੁਰਾਣੇ ਤਰੀਕੇ ਜਿੱਦਾਂ ਸਾਡੇ ਇੱਥੇ ਪਾਲਿਸੀਆਂ ਹੁੰਦੀਆਂ ਸੀਗੀਆਂ ਕਿ ਤੁਹਾਡੇ A ਜਾਂ B ਦੈਟਸ ਇਟ, ਦੇयर ਇਜ਼ ਨੋ ਥਰਡ ਥਿੰਗ। ਉਹਦੇ 'ਚ ਆਰਗੂਮੈਂਟ ਇਹ ਹੁੰਦੀ ਹੈ ਕਿ ਅਸੀਂ ਜਦੋਂ ਕਵਰੇਜ ਲੈਂਦੇ ਹਾਂ, ਸਾਨੂੰ ਆਪਸ਼ਨ ਅਪਲਾਈ ਦਿੱਤੀ ਗਈ ਸੀਗੀ ਕਿ ਮੈਂ ਆਪਸ਼ਨਲ ਬੈਨੀਫਿਟ ਲੈ ਸਕਦਾ, ਨਹੀਂ ਲੈ ਸਕਦਾ। ਫਿਰ ਉੱਥੇ ਜਿਹੜਾ ਆ ਪੁਰਾਣਾ ਕੇਸ ਲਾ, ਜਿਹੜਾ ਪੁਰਾਣਾ ਲਾ ਯੂਜ਼ ਹੁੰਦਾ ਆ, ਅਤੇ ਅਸੀਂ ਫਿਰ ਉੱਥੇ ਕਲਾਇੰਟ ਵਾਸਤੇ ਉਹ ਪੁਰਾਣੇ ਜਿਹੜੇ ਲਾ ਸੀਗਾ ਉਹਦੇ ਬੇਸ 'ਤੇ ਅਸੀਂ ਫਾਈਟ ਕਰਦੇ ਹਾਂ ਕਿ ਕਲਾਇੰਟ ਨੂੰ ਕੋਈ ਆਪਸ਼ਨ ਨਹੀਂ ਦਿੱਤੀ ਗਈ ਸੀ ਕਿ ਤੁਹਾਡੇ ਕੋਲ ਆਪਸ਼ਨ ਬੈਨੀਫਿਟ ਅਵੇਲੇਬਲ ਹੈ ਜਾਂ ਨਹੀਂ। ਸੋ ਉਹਦੇ ਨੰਬਰ ਆਫ ਡਿਫਰੈਂਟ ਟੈਕਨੀਕਲ ਥਿੰਗਸ ਹੈਗੀਆਂ ਨੇ। ਮੈਂ ਆਲਵੇਜ਼ ਜਦੋਂ ਵੀ ਰੇਡੀਓ 'ਤੇ ਵੀ ਗੱਲ ਹੁੰਦੀ ਹੈ ਕਿ ਸਾਡੀ ਕੰਸਲਟੇਸ਼ਨ ਬਿਲਕੁਲ ਫ੍ਰੀ ਆ। ਉਹਦੇ ਨਾਲ ਨੌਲੇਜ ਬੰਦੇ ਨੂੰ ਮਿਲ ਜਾਂਦੀ ਆ, ਡਿਸੀਜਨ ਬਣਾਉਣਾ ਸੌਖਾ ਹੋ ਜਾਂਦਾ। ਫਿਰ ਸਾਨੂੰ ਵੀ ਪਤਾ ਲੱਗ ਜਾਂਦਾ ਕਿ ਅਸੀਂ ਕੇਸ ਨੂੰ ਫਾਰਵਰਡ ਕਿੱਦਾਂ ਕਰਨਾ ਜੀ। ਅਸੀਂ ਜਿਹੜੀ ਮੇਨ ਇਸ ਫੀਲਡ ਦੇ ਵਿੱਚ ਹੈਗਾ ਆ ਕਿ ਜਿਹੜੀ ਫੀਸ ਹੈਗੀ ਉਹ ਹੈਗੀ ਆ ਪਰਸੈਂਟੇਜ ਬੇਸ ਹੈ, ਸੋ ਕੰਟੀਨਜੈਂਸੀ ਬੇਸ। ਅਗਰ ਕੰਮ ਕਰਦੇ ਆ, ਪੈਸੇ ਦਵਾਉਂਦੇ ਤਾਂ ਆ ਜੀ। ਅਤੇ ਅਸੀਂ ਆਲਵੇਜ਼, ਮੇਰੀ ਇਹ ਟਰਾਈ ਹੁੰਦੀ ਹੈ ਕਿ ਕਲੀਅਰ ਕੱਟ ਦੱਸੋ ਕਲਾਇੰਟ ਨੂੰ, ਉਹਨਾਂ ਦੀ ਐਕਸਪੈਕਟੇਸ਼ਨ ਹੈ ਰੀਅਲ ਤੁਸੀਂ ਕਰ ਸਕਦੇ ਹੋ ਕਿ ਜਿੰਨੀ ਕੁ ਅਸਲੀਅਤ 'ਚ ਹੋਣੀ ਚਾਹੀਦੀ ਆ। ਕਿਉਂਕਿ ਕਲਾਇੰਟ ਅਗਰ ਖੁਸ਼ ਆ, ਕਲਾਇੰਟ ਨੂੰ ਕੁਛ ਮਿਲਦਾ ਤਾਂ ਹੀ ਉਹ ਸਾਨੂੰ ਐਟ ਐਂਡ ਮਿਲਣਾ ਜੀ।
ਸੋ ਜਿੱਦਾਂ ਕਿ ਹੁਣੇ ਸਾਨੂੰ ਬੋਬੀ ਟਟੋਨਾ ਨੇ ਦੱਸਿਆ ਵੀ ਆਊਟ ਆਫ ਜੇ ਤੁਸੀਂ ਕੰਟਰੀ ਵੀ ਹੋ ਤੇ ਉਹਦੇ ਵੀ ਉਹ ਤੁਹਾਨੂੰ ਬੈਨੀਫਿਟਸ ਦਿਲਾਉਣ ਦੀ ਪੂਰੀ ਕੋਸ਼ਿਸ਼ ਕਰਦੇ ਜੇ ਤੁਹਾਡਾ ਐਕਸੀਡੈਂਟ ਹੋ ਜਾ ਆਊਟ ਆਫ ਕੰਟਰੀ ਵੀ। ਸੋ ਇਹਦੇ ਹੀ ਨਾਲ ਅਸੀਂ ਹੋਰ ਅੱਗੇ ਗੱਲ ਕਰਾਂਗੇ ਉਹਨਾਂ ਨਾਲ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇਸ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਜਿੱਦਾਂ ਕਿ ਅਸੀਂ ਬ੍ਰੇਕ ਤੋਂ ਪਹਿਲਾਂ ਬੋਬੀ ਟਟੋਨਾ ਨਾਲ ਗੱਲ ਕਰ ਰਹੇ ਸੀਗੇ, ਉਹ ਦੱਸ ਰਹੇ ਸੀਗੇ ਸਾਨੂੰ ਵੀ ਜਿਹੜੇ ਐਕਸੀਡੈਂਟ ਬੈਨੀਫਿਟ ਕਲੇਮਸ ਨੇ ਉਹ ਨਾ ਕਿ ਤੁਸੀਂ ਸਿਰਫ ਕੈਨੇਡਾ ਦੇ ਵਿੱਚ, ਜੇ ਭਾਵੇਂ ਤੁਸੀਂ ਕੈਨੇਡਾ ਦੇ ਬਾਹਰ ਵੀ ਤੁਹਾਡਾ ਕੋਈ ਐਕਸੀਡੈਂਟ ਹੋ ਜਾਂਦਾ ਆ ਆਊਟ ਆਫ ਕੰਟਰੀ ਤੇ ਉਹਦੇ ਵੀ ਕਿੱਦਾਂ ਤੁਸੀਂ ਉਹ ਬੈਨੀਫਿਟਸ ਲੈ ਸਕਦੇ ਹੋ। ਉੱਦਾਂ ਹੀ ਹੁਣ ਅਸੀਂ ਫਿਰ ਇੱਕ ਵਾਰ ਬੋਬੀ ਟਟੋਨਾ ਨਾਲ ਗੱਲ ਕਰਦੇ ਹਾਂ। ਬੋਬੀ ਟਟ ਜੀ, ਮੈਨੂੰ ਤੁਸੀਂ ਇੱਕ ਚੀਜ਼ ਦੱਸੋ ਵੀ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਆਊਟ ਆਫ ਕੰਟਰੀ ਦੀ, ਉੱਦਾਂ ਹੀ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਵੀ ਡਿਫਰੈਂਟ ਸਿਟੀਜ਼ ਦੀ। ਜਿੱਦਾਂ ਕਿ ਮੈਨੂੰ ਪਤਾ ਆ ਵੀ ਬਹੁਤ ਸੇ ਬੱਚੇ ਜਾਂ ਬਹੁਤ ਸੇ ਯੰਗਸਟਰਸ ਇੱਦਾਂ ਕਰਦੇ ਨੇ ਵੀ ਇੰਸ਼ੋਰੈਂਸ ਦਾ, ਜਿੱਦਾਂ ਕਿ ਪੋਸਟਲ ਕੋਡ ਰਾਹੀਂ ਫਰਕ ਪੈਂਦਾ ਆ। ਮਾਲਟਨ ਦੀ ਸਭ ਤੋਂ ਐਕਸਪੈਂਸਿਵ, ਉਹਦੇ ਬਾਅਦ ਫਿਰ ਬਰੈਂਪਟਨ ਦੀ, ਜੇ ਆਪਾਂ ਗੱਲ ਕਰੀਏ ਸਕਾਰਬਰੋ ਦੀ, ਇੱਦਾਂ ਹਰ ਇੱਕ ਏਰੀਆ ਦੀ ਅਲੱਗ-ਅਲੱਗ ਪ੍ਰਾਈਸ ਰੇਂਜ ਆ। ਸੋ ਇਹਦੇ ਕਰਕੇ ਕਈ ਸਟੂਡੈਂਟਸ, ਮੈਂ ਕਹਿੰਦੀ ਹਾਂ ਕਈ ਨਹੀਂ, ਮੋਰ ਦੈਨ ਇਵਨ 50% ਸਟੂਡੈਂਟਸ ਇੱਦਾਂ ਕਰਦੇ ਨੇ ਵੀ ਆਪਣਾ ਐਡਰੈਸ ਡਿਫਰੈਂਟ ਕਿਸੇ ਸਿਟੀ ਦਾ ਕਰਕੇ ਇੰਸ਼ੋਰੈਂਸ ਲੈਂਦੇ ਨੇ। ਸੋ ਇਹਦੇ ਬਾਅਦ ਫਿਰ ਜਦੋਂ ਉਹਨਾਂ ਦਾ ਐਕਸੀਡੈਂਟ ਹੁੰਦਾ ਆ, ਕੁਛ ਵੀ ਇੱਦਾਂ ਬੈਨੀਫਿਟਸ ਦਾ ਟਾਈਮ ਆਉਂਦਾ ਆ ਉਹਨਾਂ ਦੀ ਲਾਈਫ 'ਚ, ਤੇ ਉਹ ਪ੍ਰੋਪਰਲੀ ਉਸ ਚੀਜ਼ ਨੂੰ ਕਰੈਕ ਨਹੀਂ ਕਰ ਪਾਉਂਦੇ। ਸੋ ਵਟ ਵੁੱਡ ਯੂ ਲਾਈਕ ਟੂ ਸੇ ਔਨ ਦਿਸ? ਮੈਂ ਇੱਕ ਨਹੀਂ ਟਿੱਪਣੀ ਕਰੂੰਗਾ ਕਿ ਸਿਰਫ ਸਾਡੇ ਇੰਟਰਨੈਸ਼ਨਲ ਸਟੂਡੈਂਟ ਸਾਡੇ, ਕਿਉਂਕਿ ਮੈਂ ਇਸ ਖਿੱਤੇ ਤੋਂ ਆਲਮੋਸਟ 20 ਸਾਲ ਤੋਂ ਹਾਂ, ਤੇ ਮੈਂ ਪਹਿਲੇ ਵੀ ਦੇਖਿਆ ਕਿ ਜਿਹੜੇ ਕਿ ਨੋਰਮਲ ਰੈਜ਼ੀਡੈਂਟ ਸੀਗੇ ਉਹ ਵੀ ਇਹ ਕਰਦੇ ਸੀਗੇ ਜੀ। ਜੀ ਬਿਲਕੁਲ। ਇਟਸ ਅ ਹਿਊਮਨ ਬਿਹੇਵੀਅਰ ਕਿ ਅਸੀਂ ਕਿਤੇ ਵੀ ਪੈਸਾ ਸਾਡਾ ਬਚਦਾ ਅਸੀਂ ਟਰਾਈ ਜ਼ਰੂਰ ਕਰਨੀ ਹੈ। ਹਾਂਜੀ। ਉਹਦਾ ਇਸ਼ੂ ਇੱਕ ਹੁੰਦਾ ਹੈ ਕਿ ਅਗਰ ਇੰਸ਼ੋਰੈਂਸ ਕੰਪਨੀ ਨੂੰ ਇਹ ਪਤਾ ਲੱਗ ਜਾਂਦਾ ਕਿ ਤੁਸੀਂ ਐਡਰੈਸ ਯੂਜ਼ ਕੀਤਾ ਆ ਚੀਪਰ ਇੰਸ਼ੋਰੈਂਸ ਵਾਸਤੇ, ਇਸ ਮਿਸ ਰੈਪਰੈਜ਼ੈਂਟੇਸ਼ਨ, ਦੇ ਕੈਨ ਡਿਨਾਈ ਯੂਰ ਬੈਨੀਫਿਟ, ਰਾਈਟ? ਬਟ ਮੈਂ ਜਿਵੇਂ ਪਹਿਲੇ ਵੀ ਗੱਲ ਕੀਤੀ ਸੀ ਕਿ ਡਜ਼ਨਟ ਮੈਟਰ ਐਕਸੀਡੈਂਟ ਹੋਇਆ ਕਿੱਦਾਂ ਆ, ਕਿਹਦੀ ਗਲਤੀ ਆ, ਤੁਹਾਡੇ ਉਹ ਕਾਰ ਦੀ ਰਿਪੇਅਰ ਨੂੰ ਰਿਫਿਊਜ਼ ਕਰ ਸਕਦੇ ਨੇ ਜੀ, ਨਾਟ ਫॉर ਯੋਰ ਇੰਜਰੀ ਕਲੇਮ। Okay. At the time of the accident, it was understanding of the claimant that he was insured under this policy. Yeah. So at the time ਜਦੋਂ ਐਕਸੀਡੈਂਟ ਹੋਇਆ ਸੀਗਾ, ਉਦੋਂ ਉਸ ਡਰਾਈਵਰ ਨੂੰ ਜਾਂ ਪੈਸੇਂਜਰ 'ਤੇ ਸੱਟਾਂ ਲੱਗੀਆਂ, ਉਹਨਾਂ ਦੀ ਇਹ ਸੋਚ ਸੀਗਾ ਕਿ ਮੈਨੂੰ ਇਸ ਪਾਲਿਸੀ ਨੇ ਕਵਰ ਕੀਤਾ ਹੋਇਆ ਆ, ਤੇ ਉਹਨਾਂ ਦੇ ਜਿਹੜੇ ਮੈਡੀਕਲ ਬੈਨੀਫਿਟਸ ਉਹ ਕਵਰਡ ਆ ਜਾਂਦੇ ਨੇ। ਓਕੇ। ਚਾਹੇ ਉਹ ਸੇਮ ਸਿਟੀ ਦੇ ਵਿੱਚ ਦੀ ਇੰਸ਼ੋਰੈਂਸ ਹੋਵੇ ਜਾਂ ਨਾ ਹੋਵੇ, ਫਿਰ ਵੀ ਉਹਨਾਂ ਨੂੰ ਇੰਜਰੀ ਕਲੇਮ ਮਿਲਦਾ ਹੈ। ਇਸ ਕਰਕੇ ਨਹੀਂ, ਅਗਰ ਉਹ ਮਿਸ ਰੈਪਰੈਜ਼ੈਂਟੇਸ਼ਨ 'ਚ ਇੰਸ਼ੋਰੈਂਸ ਕੰਪਨੀ ਇਨਵੈਸਟੀਗੇਟ ਕਰਦੀ ਹੈ ਔਰ ਉਹਨਾਂ 'ਚੋਂ ਪ੍ਰੂਵ ਆ ਜਾਂਦੇ ਨੇ, ਉਹ ਫਿਰ ਵੀ ਇੰਜਰੀ ਕਲੇਮ ਕਰ ਸਕਦੇ ਨੇ। ਰਾਈਟ। ਫਿਰ ਇਹ ਜਿਹੀ ਗੱਲ ਆ ਕਿ ਡਿਫਰੈਂਟ ਸਿਟੀ ਦੀ ਗੱਲ ਕੀਤੀ, ਅਗਰ ਅਸੀਂ ਪ੍ਰੋਵਿੰਸ ਦੀ ਗੱਲ ਕਰ ਲਈਏ, ਕਾਫੀ ਸਾਡੇ ਇੱਥੇ ਦੇ ਬੱਚੇ ਹੈਗੇ ਨੇ ਉਹ ਮੌਂਟਰੀਅਲ ਦਾ ਐਡਰੈਸ ਯੂਜ਼ ਕਰਦੇ ਨੇ ਜੀ। ਜੀ ਬਿਲਕੁਲ ਕਰਦੇ ਨੇ। ਇੱਕ ਗੱਲ ਮੈਂ ਯਾਦ ਰੱਖੀ, ਜਿਹੜੇ ਕਿ ਕੁਬੈਕ ਇੱਕ ਕੋਈ ਪ੍ਰੋਵਿੰਸ ਹੈਗਾ ਜਾਂ ਕੈਨੇਡਾ ਦਾ ਜਿੱਥੇ ਦੇ ਰੂਲਸ ਐਂਡ ਰੈਗੂਲੇਸ਼ਨਸ ਡਿਫਰੈਂਟ ਦੈਨ ਕੈਨੇਡਾ। ਓਕੇ। ਆਲ ਓਵਰ ਕੈਨੇਡਾ, ਸਾਰੇ ਕੈਨੇਡਾ 'ਚ ਇਵਨ ਕਿ ਅਗਰ ਇਮੀਗ੍ਰੇਸ਼ਨ ਵੀ ਅਸੀਂ ਲੈ ਲਈਏ, ਕੁਬੈਕ ਦੇ ਵਿੱਚ ਇਮੀਗ੍ਰੇਸ਼ਨ ਜਿਹੜੀ ਲੈਣੀ ਹੈ, ਇਟਸ ਅ ਡਿਫਰੈਂਟ ਰੂਲਸ ਐਂਡ ਰੈਗੂਲੇਸ਼ਨ ਦੈਨ ਰੈਸਟ ਆਫ ਦਾ ਕੈਨੇਡਾ। ਫਿਰ ਆ ਜਾਂਦੀ ਹੈ ਇੰਸ਼ੋਰੈਂਸ ਕਲੇਮਸ। ਅਗਰ ਤੁਹਾਡਾ ਕੁਬੈਕ ਦਾ ਐਡਰੈਸ ਆ, ਉਹ ਕੁਬੈਕ ਦੀ ਹੀ ਤੁਹਾਡੀ ਪਾਲਿਸੀ ਕਵਰੇਜ ਹੈਗੀ ਆ, ਤੁਸੀਂ ਕਿਤੇ ਹੋਰ ਵੀ ਅਲਾਊਡ ਨਹੀਂ ਗੇ ਉਹ ਕਲੇਮ ਕਰਨ ਨੂੰ। ਓਕੇ। ਤੇ ਗੱਲ ਹੁੰਦੀ ਹੈ ਕਿ ਜਿਵੇਂ ਤੁਹਾਨੂੰ ਦੱਸਿਆ ਕਿ ਅਗਰ ਤੁਸੀਂ ਕਿਸੇ ਡਿਫਰੈਂਟ ਪ੍ਰੋਵਿੰਸ ਵੀ ਚਲੇ ਗਏ ਹੋ, ਐਸ ਲੌਂਗ ਐਸ ਤੁਹਾਡਾ ਜਿਹੜਾ ਐਡਰੈਸ insurance policy was issued in Ontario, you are entitled to under Ontario law ਜਾਂ ਸਮਝੋ ਕਿ BC ਦੇ ਲਾ ਜਾਂ ਅਲਬਰਟਾ ਦੇ ਲਾ, ਤੁਸੀਂ ਉਹ ਕਰ ਸਕਦੇ ਹੋ ਐਸ ਲੌਂਗ ਕਿ ਤੁਹਾਡਾ ਐਡਰੈਸ ਜਿਹੜਾ ਤੁਹਾਡੇ ਕੋਲ ਚੋਇਸ ਹੁੰਦੀ ਆ। ਅਗਰ ਤੁਸੀਂ ਮਿਸ਼ੀਗਨ 'ਚ ਹੋ, ਤੁਸੀਂ ਮਿਸ਼ੀਗਨ ਅੰਡਰ ਦਾ ਮਿਸ਼ੀਗਨ ਲਾ ਜਾ ਸਕਦੇ ਹੋ, ਜਾਂ ਤੁਸੀਂ ਅੰਡਰ ਦਾ ontario ਐਸ ਲੌਂਗ ਯੂ ਆਰ ਰੈਜ਼ੀਡੈਂਸ ਆਫ ontario। ਓਕੇ। ਅਗਰ ਤੁਸੀਂ ਕੁਬੈਕ ਦੇ ਰੈਜ਼ੀਡੈਂਸ ਹੋ,
ਡਸਨਟ ਮੈਟਰ ਤੁਹਾਡਾ BC ਹੋਇਆ ਐਂਟੈਰੀ ਹੋਇਆ, ਤੁਸੀਂ ਕੁਬੈਕ ਦੇ ਵਿੱਚ ਹੀ ਕਰਨਾ ਆ। ਦੈਟ ਇਜ਼ ਵਨ ਆਫ ਦੀ ਡਾਊਨਫਾਲ ਮੈਂ ਕਹੂੰਗਾ, ਕਿਉਂਕਿ ਯੂਜ਼ ਕਰਦੇ ਨੇ ਕਾਫੀ ਲੋਕੀ। ਮੈਂ ਇਹ ਵੀ ਦੇਖਿਆ ਕਿ 80,000 ਡਾਲਰ ਦੀ ਕਾਰ ਵੀ ਖਰਾਬ ਚਲੀ ਗਈ ਆ ਔਰ ਪੇਮੈਂਟਾਂ ਨਹੀਂ ਹੋਈਆਂ। ਓਨਲੀ ਟਾਈਮ ਦੀ ਇੰਸ਼ੋਰੈਂਸ ਕੰਪਨੀ ਤੁਹਾਡੇ ਜਿਹੜੀ ਕਲੇਮ ਨੂੰ ਪਾਰਸ਼ਲੀ ਡਿਨਾਈ ਕਰ ਸਕਦੀ ਆ। ਉਹ ਇਹ ਹੋ ਜਾਂਦਾ ਕਿ ਅਗਰ ਤੁਸੀਂ ਅੰਡਰ ਦੀ ਇਨਫਲੂਐਂਸ ਆਫ ਅਲਕੋਹਲ, ਡਰਿੰਕਿੰਗ, ਡਰਾਈਵਿੰਗ, ਜਾਂ ਪੁਲਿਸ ਦੀ ਚੇਸ ਸੀਗੀ ਉਹਦੇ ਕਰਕੇ ਐਕਸੀਡੈਂਟ ਹੋ ਗਿਆ, ਉਹਨਾਂ ਦੇ ਵਿੱਚ ਉਹ ਕੀ ਹੁੰਦਾ ਕਿ ਤੁਹਾਡੇ ਕੰਮ ਦੇ ਪੈਸੇ ਨਹੀਂ ਉਹ ਦਿੰਦੇ ਤੁਹਾਨੂੰ, ਠੀਕ ਹੈ, ਪਰ ਮੈਡੀਕਲ ਜਿਹੜੀ ਕਵਰੇਜ ਹੈਗੀ ਆ, ਜਿਵੇਂ ਕਿ ਫਿਜ਼ੀਓਥੈਰੇਪੀ ਜਾਣਾ ਆ, ਉਹ ਤੁਹਾਨੂੰ ਕਵਰੇਜ ਜ਼ਰੂਰ ਮਿਲਦੀ ਆ। ਫਿਰ ਆ ਜਾਂਦੀ ਗੱਲ, ਕਾਫੀ ਲੋਕੀ ਬਿਨਾਂ ਇੰਸ਼ੋਰੈਂਸ ਤੋਂ ਗੱਡੀ ਚਲਾਉਂਦੇ ਆ ਜੀ। ਸਮਝੋ ਕਿ ਮੈਂ ਗੱਡੀ ਚਲਾ ਰਿਹਾ ਜੀ, ਮੇਰੀ ਗੱਡੀ ਆ ਅਤੇ ਤੁਸੀਂ ਪੈਸੇਂਜਰ ਸੀਗੇ। ਐਸ ਲੌਂਗ ਤੁਹਾਨੂੰ ਉਸ ਚੀਜ਼ ਦਾ ਪਤਾ ਨਹੀਂ ਸੀਗਾ ਕਿ ਮੇਰੀ ਗੱਡੀ 'ਚ ਇੰਸ਼ੋਰੈਂਸ ਨਹੀਂ ਹੈਗੀ, ਅਤੇ ਤੁਸੀਂ 100% ਕਵਰਡ ਹੋ। ਓਕੇ, ਕਿਉਂਕਿ ਯੂ ਨਾ ਡਜ਼ਨਟ ਮੈਟਰ ਕਿ ਮੇਰੇ ਕੋਲ ਇੰਸ਼ੋਰੈਂਸ ਹੈ ਜਾਂ ਨਹੀਂ ਹੈ, ਤੁਸੀਂ ਮੇਰੀ ਗੱਡੀ ਦੇ ਵਿੱਚ ਸੀਗੇ ਬੈਠੇ ਜੀ। ਉਹਦੇ ਨਾਲ ਹੁੰਦਾ ਕੀ ਹੈ ਕਿ ਤੁਹਾਡੀ ਜਿਹੜੇ ਕਲੇਮ ਹੈਗਾ ਉਹ ਕਵਰੇਜ ਹੋ ਜਾਂਦਾ। ਫਿਰ ਇਨਸਾਨ ਕਹਿੰਦਾ ਕਿ ਬਾਈ ਉਹਨਾਂ ਨੂੰ ਕਲੇਮ ਕਿਹਨੇ ਦੇਣਾ ਅਗਰ ਮੇਰੇ ਕੋਲ ਇੰਸ਼ੋਰੈਂਸ ਹੈ ਨਹੀਂ ਐਸ ਅ ਡਰਾਈਵਰ। ਜਿਸ ਗੱਡੀ ਦਾ ਤੁਹਾਡਾ ਐਕਸੀਡੈਂਟ ਹੋਇਆ ਆ ਉਹਨਾਂ ਦੀ ਇੰਸ਼ੋਰੈਂਸ ਇਨਵੋਲਵਡ ਹੁੰਦੀ ਫਿਰ ਉਹਦੇ 'ਚ। ਓਕੇ, ਸੋ ਉਹਦੀ ਸੈਕਿੰਡ ਪਰਸਨ ਦੀ ਕੰਪਨੀ ਮੈਨੂੰ ਕਵਰ ਕਰੂਗੀ। ਓਕੇ, ਉਹ ਇਸ ਕਰਕੇ ਕਹਿ ਕੇ ਇਹਦੇ ਥੋੜ੍ਹੇ ਜਿਹੇ ਟੈਕਨੀਕਲ ਪੁਆਇੰਟਸ ਹੈਗੇ ਨੇ ਜਿਹੜੇ ਕਿ ਪਰ ਕੇਸਿਸ ਸਾਨੂੰ ਦੇਖਣੇ ਪੈਂਦੇ ਨੇ ਕਿ ਕਿਹੜੇ ਤਰੀਕੇ ਨਾਲ ਅਸੀਂ ਪਾਲਿਸੀ ਕਵਰੇਜ ਲੈ ਸਕਦੇ ਹਾਂ ਤੁਹਾਡੀ ਇੰਜਰੀਜ਼ ਨੂੰ ਕਵਰ ਕਰਨ ਵਾਸਤੇ। ਸਰ ਇਹਦੇ ਨਾਲ ਮੈਂ ਤੁਹਾਨੂੰ ਇੱਕ ਚੀਜ਼ ਹੋਰ ਪੁੱਛੂੰਗੀ ਵੀ ਇਹ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ ਪੋਸਟਲ ਕੋਡ ਵਾਈਜ਼ ਪ੍ਰਾਈਸ ਰੇਂਜ ਡਿਫਰੈਂਟ ਆ, ਇਹਦੇ ਪਿੱਛੇ ਕੀ ਮੇਨ ਰੀਜ਼ਨ ਆ? ਇਹ ਕੁਐਸਚਨ ਮੇਰੇ ਹਿਸਾਬ ਨਾਲ ਮੇਰੇ ਹੀ ਨਹੀਂ ਕਾਫੀ ਲੋਕਾਂ ਦੇ ਦਿਮਾਗ ਦੇ ਵਿੱਚ ਆਉਂਦਾ ਹੋਣਾ ਵੀ ਪੋਸਟਲ ਕੋਡ ਦੇ ਅਕੋਰਡਿੰਗ ਇਹਦਾ ਕੀ ਮਤਲਬ ਰਿਲੇਸ਼ਨ ਹੈਗਾ ਵੀ ਉਹਦੇ ਕਰਕੇ ਜੋ ਇੰਸ਼ੋਰੈਂਸ ਦੇ ਰੇਟਸ ਨੇ ਉਹ ਡਿਫਰੈਂਟ ਨੇ ਹਰ ਪੋਸਟਲ ਕੋਡ ਦੇ। ਦੇਖੋ, ਅਗਰ ਤਾਂ ਇਨਸਾਨੀਅਤ ਦੇ ਤੌਰ ਤੇ ਮੈਂ ਜਵਾਬ ਦੇਵਾਂ ਤਾਂ ਇਟਸ ਅ ਕੰਟਰਡਿਕਸ਼ਨ, ਇਟਸ ਅ ਮਨੀ ਮੇਕਿੰਗ ਸਕੀਮ। ਐਗਜ਼ੈਕਟਲੀ। ਦੇਰ ਇਜ਼ ਨੋ ਲਾ, ਕੋਈ ਲਾ ਨਹੀਂ ਕਹਿੰਦਾ ਕਿ ਤੁਸੀਂ ਪੋਸਟਲ ਕੋਡ, ਕਿਉਂਕਿ ਸਾਡੀ ਜਿਹੜੀ ਇੰਸ਼ੋਰੈਂਸ ਵੱਧਦੀ ਜਾਂ ਘਟਦੀ ਹੈ ਮੇਰੇ ਡਰਾਈਵਿੰਗ ਰੈਕੋਰਡ ਤੇ ਵੱਧਦੀ ਹੈ ਜੀ। ਜੀ ਬਿਲਕੁਲ। ਸਮਝੋ ਅਸੀਂ ਇੱਕ ਪੋਸਟਲ ਕੋਡ 'ਚ ਰਹਿ ਰਹੇ ਹਾਂ, ਮੇਰੇ 10 ਐਕਸੀਡੈਂਟ ਹੋਏ ਨੇ, ਤੁਹਾਡਾ ਇੱਕ ਨਹੀਂ ਹੋਇਆ, ਤੁਸੀਂ ਸੇਮ ਇੰਸ਼ੋਰੈਂਸ ਪੇ ਕਰ ਰਹੇ ਹੋ, ਇਟਸ ਨਾਟ ਜਸਟੀਫਾਈਬਲ। ਬਿਲਕੁਲ, ਇਹ ਚੀਜ਼ ਹੁੰਦੀ ਆ ਬਿਕਾਜ਼ ਮੈਂ ਦੇਖੀ ਆ ਵੀ ਮਾਲਟਨ ਏਰੀਆ ਦੇ ਵਿੱਚ ਜਾਂ ਬਰੈਂਪਟਨ ਏਰੀਆ ਦੇ ਵਿੱਚ ਹਰ ਇੱਕ ਇਨਸਾਨ ਨਹੀਂ ਆ ਵੀ ਜਿਹਦਾ ਰਿਕਾਰਡ ਖਰਾਬ ਹੋਵੇ, ਬਟ ਉਹਨਾਂ ਨੂੰ ਵੀ ਸੇਮ ਅਮਾਊਂਟ ਆਫ ਇੰਸ਼ੋਰੈਂਸ ਪੇ ਕਰਨੀ ਪੈਂਦੀ ਆ। ਉਹਦਾ ਕਾਰਨ ਇਹ ਹੈਗਾ ਆ ਕਿ ਇੱਕ ਕਮਿਊਨਿਟੀ ਜਿਹੜੀ ਹੈਗੀ ਆ, ਸਾਡੀ ਆਪਣੀ ਕਮਿਊਨਿਟੀ ਆ ਜੀ, ਵੀ ਨੀਡ ਟੂ ਸਪੀਕ ਅਪ। ਅਤੇ ਉਹਦੇ ਨਾਲ ਇਹ ਹੈਗਾ ਕਿ ਬਿੱਲ ਜ਼ਰੂਰ ਪਾਸ ਹੋ ਸਕਦਾ ਆ ਐਂਡ ਵੀ ਸ਼ੁੱਡ ਬੀ ਟਰੀਟਡ ਜਸਟ ਲਾਈਕ ਐਵਰੀਬਡੀ ਐਲਸ ਇਨ ਕੈਨੇਡਾ। ਈਵਨ ਕਿ ਕੈਨੇਡਾ ਲੈ ਲਓ, ਇਹ ਜ਼ਰੂਰੀ ਨਹੀਂ ਕਿ ਕੈਨੇਡਾ ਸੇਫਰ ਹੈ ਬਰੈਂਪਟਨ ਨਾਲੋਂ, ਪਰ ਕੈਨੇਡਾ ਦੀ ਇੰਸ਼ੋਰੈਂਸ ਸਸਤੀ ਹੈ ਜੀ। ਜੀ ਬਿਲਕੁਲ। ਫਰਟੈਲਿਟੀਜ਼ ਔਰ ਐਕਸੀਡੈਂਟ ਜ਼ਿਆਦਾ ਹੁੰਦੇ ਨੇ ਕੈਨੇਡਾ 'ਚ, ਜਿਹੜਾ ਵੀ ਹੁੰਦਾ ਹੈ ਫਰਟੈਲਿਟੀ ਹੁੰਦੀ ਆ, ਪਰ ਇਸ ਆਪਣੀ ਜਿਹੜੀ ਜਿੰਨੇ ਕਿ ਮੈਂ ਕਹਿੰਦਾ ਆਪਣੀ ਕਮਿਊਨਿਟੀ ਜੋ ਬਰੈਂਪਟਨ ਦੇ ਵਸਿੰਦੇ ਹੈਗੇ ਨੇ ਉਹਨਾਂ ਨੂੰ ਇਸ ਚੀਜ਼ ਦੀ ਆਵਾਜ਼ ਉਠਾਉਣੀ ਚਾਹੀਦੀ ਆ, ਮਾਲਟਨ ਵਾਲਿਆਂ ਨੂੰ ਵੀ ਜੀ। ਜੀ, ਸੋ ਮੈਂ ਉਹੀ ਆਪਣੇ ਦਰਸ਼ਕਾਂ ਨੂੰ ਕਹੂੰਗੀ ਵੀ ਜਿੱਦਾਂ ਕਿ ਹੁਣੇ ਆਪਾਂ ਗੱਲਬਾਤ ਕਰ ਰਹੇ ਸੀਗੇ ਇੰਸ਼ੋਰੈਂਸ ਕਲੇਮ ਦੇ ਬਾਰੇ, ਸੋ ਉਹਦੇ ਵਿੱਚ ਜਿੱਦਾਂ ਕਿ ਸਾਨੂੰ ਬੋਬੀ ਟਿਟ ਹੋਣਾ ਨੇ ਦੱਸਿਆ ਵੀ ਹਰ ਏਰੀਆ ਵਾਈਜ਼ ਵੀ ਮੈਂ ਵੀ ਉਹਨਾਂ ਤੋਂ ਇਹ ਸਵਾਲ ਕੀਤੇ ਵੀ ਹਰ ਏਰੀਆ ਵਾਈਜ਼ ਇਹ ਪ੍ਰਾਈਸ ਡਿਫਰੈਂਸ ਕਿਉਂ ਆ। ਸੋ ਉਹਦੇ ਕਰਕੇ ਉਹਨਾਂ ਨੇ ਵੀ ਇਹੀ ਚੀਜ਼ ਕਹੀ ਐਂਡ ਮੈਨੂੰ ਆਪ ਨੂੰ ਇਹ ਚੀਜ਼ ਲੱਗਦੀ ਹੈ ਵੀ ਸਾਨੂੰ ਇਹਦੇ ਕਰਕੇ ਵੀ ਆਪਣੀ ਵੋਇਸ ਰੇਜ਼ ਕਰਨੀ ਚਾਹੀਦੀ ਆ ਬਿਕਾਜ਼ ਐਵਰੀਵਨ ਇਜ਼ ਨਾਟ ਅ ਫੋਲਟੀ ਪਰਸਨ। ਸੋ ਉਹਦੇ ਲਈ ਸਾਨੂੰ ਵੀ ਆਪਣੀ ਆਵਾਜ਼ ਉਠਾਉਣੀ ਚਾਹੀਦੀ ਆ। ਅਤੇ ਫਿਲਹਾਲ ਅਸੀਂ ਟਾਈਮ ਹੋ ਗਿਆ ਸਰ, ਪਹਿਲਾਂ ਤਾਂ ਤੁਹਾਡਾ ਮੈਂ ਸ਼ੁਕਰੀਆ ਕਰੂੰਗੀ ਸਾਡੇ ਸ਼ੋਅ ਦੇ ਵਿੱਚ ਬਹੁਤ ਬਹੁਤ, ਅਤੇ ਅਸੀਂ ਇੱਕ ਵਾਰ ਫੇਰ ਤੋਂ ਇੱਥੇ ਸ਼ੋਅ ਦੀ ਕਰਦੇ ਹਾਂ ਐਂਡਿੰਗ, ਅਤੇ ਅਸੀਂ ਫੇਰ ਮਿਲਾਂਗੇ ਬੋਬੀ ਟਿਟ ਹੋਣਿਆਂ ਨੂੰ ਅਗਲੇ ਵੀਕਐਂਡ, ਅਤੇ ਮੈਨੂੰ ਦਿਓ ਹੁਣ ਇਜਾਜ਼ਤ। ਧੰਨਵਾਦ।